हाँ जी, सत श्री अकाल ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਦੇ ਹਾਂ ਰਿਪੀਟ ਸੈਂਟੈਂਸ ਬਾਰੇ। ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਵੀ ਰਿਪੀਟ ਸੈਂਟੈਂਸ ਦੀ ਹੀ ਗੱਲ ਕੀਤੀ ਸੀਗੀ। ਐਕਚੁਅਲੀ ਲਾਸਟ ਵੀਡੀਓ ਦੇ ਵਿੱਚ ਟਾਈਮ ਪੀਰੀਅਡ ਦੀ ਕੁਝ ਬਾਉਂਡੇਸ਼ਨ ਹੁੰਦੀ ਹੈ, ਸੋ ਸਾਰੀ ਟਾਸਕ ਮੇਰੀ ਕੰਪਲੀਟ ਨਹੀਂ ਹੋਈ ਸੀਗੀ। ਸੋ ਮੈਂ ਅੱਜ ਫੇਰ ਰਿਪੀਟ ਸੈਂਟੈਂਸ ਹੀ ਕੰਟੀਨਿਊ ਕਰ ਰਹੀ ਹਾਂ। ਤੇ ਅੱਜ ਮੈਂ ਸਿਰਫ ਤੁਹਾਡੇ ਨਾਲ ਇਹੀ ਡਿਸਕਸ ਕਰਨਾ ਹੈ ਕਿ ਤੁਹਾਨੂੰ ਕਿਹੜੇ ਪੁਆਇੰਟਸ ਦਿਮਾਗ 'ਚ ਰੱਖਣੇ ਚਾਹੀਦੇ ਆ ਜਦੋਂ ਤੁਸੀਂ ਟਾਸਕ ਨੂੰ ਪਰਫਾਰਮ ਕਰਦੇ ਹੋ। ਇਹ ਤੁਹਾਡੀਆਂ ਲਿਸਨਿੰਗ ਸਕਿੱਲਸ ਲਈ ਤੁਹਾਨੂੰ ਕੀ ਇੰਪੋਰਟੈਂਟ ਹੈ ਤੇ ਤੁਹਾਡੀਆਂ ਸਪੀਕਿੰਗ ਸਕਿੱਲਸ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ। ਸੋ ਕੀ ਪੁਆਇੰਟਸ ਟੂ ਬੀ ਰਿਮੈਂਬਰ ਡਿਊਰਿੰਗ ਰਿਪੀਟ ਸੈਂਟੈਂਸ। ਤੇ ਫਸਟ ਆਉਂਦਾ ਦਿਸ ਟਾਸਕ ਐਕਚੁਅਲੀ ਟੈਸਟ ਯੂਰ ਸ਼ਾਰਟ ਟਰਮ ਮੈਮਰੀ ਮੀਨਸ ਹਾਊ ਮੈਨੀ ਵਰਡਸ ਯੂ ਕੈਨ ਰਿਮੈਂਬਰ। ਮਤਲਬ ਜਿਹੜਾ ਇਹ ਟਾਸਕ ਹੈਗਾ ਇਹ ਤੁਹਾਡੀ ਸ਼ਾਰਟ ਟਰਮ ਮੈਮਰੀ ਨੂੰ ਚੈੱਕ ਕਰਦਾ ਹੈ ਕਿ ਤੁਸੀਂ ਤੁਹਾਡੀ ਸ਼ਾਰਟ ਟਰਮ ਮੈਮਰੀ ਕਿਵੇਂ ਦੀ ਹੈਗੀ ਹੈ, ਮਤਲਬ ਉਹ ਸਟਰੋਂਗ ਹੈਗੀ ਹੈ ਜਾਂ ਵੀਕ ਹੈਗੀ ਹੈ। ਕਿਸੇ ਦੀ ਵੀ ਵੀਕ ਨਹੀਂ ਹੁੰਦੀ, ਮਤਲਬ ਹਰ ਚੀਜ਼ ਪ੍ਰੈਕਟਿਸ ਲੈਂਦੀ ਹੈ। ਇੱਕ ਦਿਨ ਵਿੱਚ ਤੁਹਾਡਾ ਕੁਝ ਵੀ ਸਟਰੋਂਗ ਨਹੀਂ ਬਣ ਸਕਦਾ। ਸੋ ਮੋਸਟ ਆਫ ਦੀ ਪੀਪਲ ਕੈਨ ਹੋਲਡ 7 ਨੰਬਰਸ ਇਨ ਸ਼ਾਰਟ ਟਰਮ ਮੈਮਰੀ ਐਟ ਅ ਟਾਈਮ। ਮੀਨਸ ਇਹ ਇੱਕ ਕਨਕਲੂਜ਼ਨ ਹੈ, ਇੱਕ ਥਿਊਰੀ ਹੈ ਕਿ ਜਿਹੜਾ ਵੀ ਕੋਈ ਪਰਸਨ ਹੈ ਉਹ ਸ਼ਾਰਟ ਟਾਈਮ ਪੀਰੀਅਡ ਲਈ 7 ਨੰਬਰਸ ਐਟ ਅ ਟਾਈਮ ਆਪਣੀ ਮੈਮਰੀ ਦੇ ਵਿੱਚ ਸਟੋਰ ਕਰ ਸਕਦਾ ਹੈ। ਮਤਲਬ ਫॉर ਅ ਸਮ ਟਾਈਮ ਪੀਰੀਅਡ, ਨਾਟ ਆਲਵੇਜ਼। ਮਤਲਬ ਕੁਝ ਟਾਈਮ ਲਈ ਉਹਨੂੰ 7 ਨੰਬਰਸ ਐਟ ਅ ਟਾਈਮ ਯਾਦ ਹੁੰਦੇ ਆ ਉਹਦੀ ਮੈਮਰੀ ਦੇ ਵਿੱਚ। ਸੋ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਐਟ ਅ ਟਾਈਮ ਕਿੰਨੇ ਵਰਡਸ ਨੂੰ ਯਾਦ ਰੱਖ ਸਕਦੇ ਹੋ। ਮਤਲਬ ਤੁਸੀਂ ਕੋਈ ਚੀਜ਼ ਸੁਣੀ ਤੇ ਉਸ ਟਾਈਮ ਪੀਰੀਅਡ ਲਈ ਤੁਸੀਂ ਕਿੰਨੇ ਵਰਡਸ ਤੁਹਾਡੇ ਦਿਮਾਗ ਦੇ ਵਿੱਚ ਰਹਿ ਗਏ। ਵੈਸੇ ਤਾਂ ਜਿਹੜਾ ਪੀਟੀਈ ਨੇ ਇਹ ਸਾਡਾ ਰਿਪੀਟ ਸੈਂਟੈਂਸ ਬਣਾਇਆ ਹੈ ਉਹ ਵੈਸੇ ਤਾਂ ਮੈਮਰੀ ਨੂੰ ਚੈੱਕ ਕਰਨ ਲਈ ਨਹੀਂ ਹੈਗਾ, ਕਿਉਂਕਿ ਇੱਥੇ ਤੁਹਾਡੀ ਇਹ ਨਹੀਂ ਚੈੱਕ ਹੋ ਰਹੀ, ਤੁਸੀਂ ਸਾਇੰਸ ਜਾਂ ਹਿਸਟਰੀ ਦਾ ਪੇਪਰ ਨਹੀਂ ਦੇ ਰਹੇ ਕਿ ਤੁਹਾਡਾ ਆ ਸਿਲੇਬਸ ਹੈਗਾ ਤੇ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਹਿਸਟਰੀ ਦੇ ਈਅਰਸ ਯਾਦ ਰੱਖਣੇ ਆ, ਕਿੱਥੇ ਕਿਹੜੀ ਲੜਾਈ ਹੋਈ ਸੀ ਉਹ ਯਾਦ ਰੱਖਣਾ। ਐਵੇਂ ਦਾ ਕੁਝ ਨਹੀਂ ਹੈਗਾ। ਜਸਟ ਤੁਸੀਂ ਉਸੇ ਟਾਈਮ ਸੁਣਿਆ ਤੇ ਉਸੇ ਟਾਈਮ ਯਾਦ ਰੱਖ ਕੇ ਦੁਬਾਰਾ ਬੋਲਣਾ ਹੈ, ਮਤਲਬ ਹਮੇਸ਼ਾ ਲਈ ਉਹਨੂੰ ਨਹੀਂ ਯਾਦ ਰੱਖਣਾ। ਸੋ ਤੁਸੀਂ ਆਪਣੀ ਸ਼ਾਰਟ ਟਰਮ ਮੈਮਰੀ ਨੂੰ ਇੰਪਰੂਵ ਕਰਨਾ ਹੈ। ਉਸ ਨੂੰ ਇੰਪਰੂਵ ਕਰਨ ਦਾ ਸਿਰਫ ਇਹੀ ਤਰੀਕਾ ਹੈ ਕਿ ਤੁਸੀਂ ਕਿੰਨੀ ਜ਼ਿਆਦਾ ਪ੍ਰੈਕਟਿਸ ਕਰਦੇ ਹੋ। ਅਗਰ ਤੁਸੀਂ ਰਿਪੀਟ ਸੈਂਟੈਂਸ ਦੇ ਵਿੱਚ ਵੀਕ ਹੋ ਤਾਂ ਤੁਸੀਂ ਉਸ ਦੀ ਪ੍ਰੈਕਟਿਸ ਕਰਨੀ ਹੈ, ਤਾਂ ਹੀ ਤੁਹਾਡੀ ਮੈਮਰੀ ਜਿਹੜੀ ਹੈਗੀ ਹੈ ਉਹ ਸਟਰੋਂਗ ਬਣੇਗੀ ਉਸ ਟਾਈਮ ਪੀਰੀਅਡ ਦੇ ਲਈ। ਸੋ ਇਹਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਜਿਹੜੀ ਤੁਹਾਡੀ ਸਕੋਰਿੰਗ ਹੈ ਉਹ ਵੈਲੂਏਟ ਹੋਏਗੀ ਕੰਟੈਂਟ, ਪ੍ਰੋਨੰਸੀਏਸ਼ਨ ਤੇ ਫਲੂਐਂਸੀ ਦੇ ਬੇਸ ਤੇ। ਸੋ ਕੰਟੈਂਟ ਇੱਥੇ ਇਹੀ ਹੈ ਕਿ ਯੂਅਰ ਐਬਿਲਿਟੀ ਟੂ ਰਿਪੀਟ ਦੀ ਸੈਂਟੈਂਸ ਐਗਜ਼ੈਕਟਲੀ ਇਨ ਦੀ ਸੇਮ ਮੈਨਰ। ਮੀਨਸ ਤੁਹਾਡੀ ਕਿੰਨੀ ਕੁ ਐਬਿਲਿਟੀ ਹੈਗੀ ਹੈ ਕਿ ਤੁਸੀਂ ਸੈਂਟੈਂਸ ਨੂੰ ਸੇਮ ਸੀਕੁਐਂਸ ਦੇ ਵਿੱਚ ਰਿਪੀਟ ਕਰ ਰਹੇ ਹੋ। ਬਿਕੋਜ਼ ਇਫ ਯੂ ਆਰ ਨਾਟ ਰਿਪੀਟਿੰਗ ਦੀ ਸੈਂਟੈਂਸ ਇਨ ਦੀ ਸੇਮ ਸੀਕੁਐਂਸ you will not get the score of content। ਮੀਨਸ 3 ਨੰਬਰ ਅਗਰ ਤੁਹਾਡੇ ਹੈਗੇ ਆ ਤਾਂ ਤੁਹਾਨੂੰ 3 ਨੰਬਰ ਨਹੀਂ ਮਿਲਣਗੇ। ਸੋ ਪ੍ਰੋਨੰਸੀਏਸ਼ਨ ਇੱਥੇ ਇਹੀ ਹੈ ਕਿ ਤੁਸੀਂ ਕਿੰਨਾ ਕਲੀਅਰਲੀ ਬੋਲ ਰਹੇ ਹੋ ਹਰ ਵਰਡ ਨੂੰ ਤੇ ਕਿੰਨਾ ਕਰੈਕਟਲੀ ਬੋਲ ਰਹੇ ਹੋ। ਮੀਨਸ ਜੋ ਤੁਸੀਂ ਬੋਲਿਆ ਉਹ ਤੁਹਾਡਾ ਸਮਝ ਆ ਰਿਹਾ, ਤੁਸੀਂ ਉਹਨੂੰ ਠੀਕ ਪ੍ਰੋਨਾਊਂਸ ਕੀਤਾ ਹੈ ਸੋ ਦੈਟ ਕਿ ਕੰਪਿਊਟਰ ਉਹਨੂੰ ਅੰਡਰਸਟੈਂਡ ਕਰ ਰਿਹਾ ਹੈ। ਜੋ ਤੁਸੀਂ ਬੋਲਿਆ ਉਹ ਇੰਨਾ ਕੁ ਕਲੀਅਰ ਹੈਗਾ ਕਿ ਕੰਪਿਊਟਰ ਨੂੰ ਸਮਝ ਆ ਰਿਹਾ ਕਿ ਤੁਸੀਂ ਕੀ ਬੋਲਿਆ। ਕਿਉਂਕਿ ਜੇ ਉਹਨੂੰ ਨਹੀਂ ਸਮਝ ਆਏਗਾ ਤਾਂ ਉਹਨੇ ਉਸ ਨੂੰ ਰੋਂਗ ਹੀ ਕਹਿਣਾ, ਤੁਹਾਨੂੰ ਪ੍ਰੋਨੰਸੀਏਸ਼ਨ ਦੇ ਮਾਰਕਸ ਨਹੀਂ ਦੇਣੇ। ਸੋ ਇਹ ਤੁਸੀਂ ਦੇਖਣਾ ਹੈ ਕਿ ਤੁਹਾਡੀ ਪ੍ਰੋਨੰਸੀਏਸ਼ਨ ਕਲੀਅਰ ਹੋਣੀ ਚਾਹੀਦੀ ਹੈ ਜੋ ਤੁਸੀਂ ਰੋਜ਼ ਪ੍ਰੈਕਟਿਸ ਕਰਨੀ ਹੈ ਆਪਣੀ ਡੇਲੀ ਲਾਈਫ ਦੇ ਵਿੱਚ। ਤੇ ਤੀਜਾ ਆਉਂਦਾ ਫਲੂਐਂਸੀ। ਫਲੂਐਂਸੀ ਦਾ ਮਤਲਬ ਇਹ ਹੈ ਕਿ ਜੋ ਤੁਸੀਂ ਬੋਲ ਰਹੇ ਹੋ ਵਧੀਆ ਸਪੀਡ ਨਾਲ ਬੋਲ ਰਹੇ ਹੋ। ਕਿਉਂਕਿ ਰਿਪੀਟ ਸੈਂਟੈਂਸ ਦੇ ਵਿੱਚ ਬੱਚਿਆਂ ਨੂੰ ਇਸ਼ੂ ਇਹੀ ਆਉਂਦਾ ਹੈ ਕਿ ਉਹਨਾਂ ਨੂੰ ਸੁਣਾਈ ਤਾਂ ਫਿਰ ਵੀ ਦੇਣ ਲੱਗ ਜਾਂਦਾ ਹੈ। ਮਤਲਬ ਜਦੋਂ ਥੋੜੀ ਪ੍ਰੈਕਟਿਸ ਕਰਦੇ ਆ ਤਾਂ ਲਿਸਨਿੰਗ ਤਾਂ ਉਹਨਾਂ ਦੀ ਇੰਪਰੂਵ ਹੋ ਜਾਂਦੀ ਹੈ, ਬਟ ਜਦੋਂ ਉਹ ਬੋਲਦੇ ਆ ਤਾਂ ਉਹ ਫੰਬਲਿੰਗ ਕਰ ਜਾਂਦੇ ਆ, ਮਤਲਬ ਬੋਲਦੇ ਬੋਲਦੇ ਹੀ ਰੁਕ ਜਾਂਦੇ ਆ। ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਅੱਗੇ ਕੀ ਬੋਲਣਾ। ਸੋ ਅਗਰ ਤੁਸੀਂ ਨਹੀਂ ਮਤਲਬ ਗੁੱਡ ਸਪੀਡ ਨਾਲ ਨਹੀਂ ਬੋਲਿਓ, ਗੁੱਡ ਸਪੀਡ ਇਨ ਦੀ ਸੈਂਸ ਕਿ ਤੁਸੀਂ ਇੱਕ ਮੋਡਰੇਟ ਪੇਸ ਨਾਲ ਬੋਲਣਾ ਹੈ, ਬਹੁਤ ਫਾਸਟ ਨਹੀਂ ਬੋਲਣਾ, ਬਹੁਤ ਸਲੋ ਨਹੀਂ ਬੋਲਣਾ, ਇੱਕ ਮੀਡੀਅਮ ਜੀ ਤੁਹਾਡੀ ਸਪੇਸ ਹੋਣੀ ਚਾਹੀਦੀ ਹੈ, ਪੇਸ ਹੋਣੀ ਚਾਹੀਦੀ ਹੈ। ਸੋ ਉਹ ਚੀਜ਼ ਦਾ ਧਿਆਨ ਰੱਖਣਾ ਹੈ, ਕਿਉਂਕਿ ਰਿਪੀਟ ਸੈਂਟੈਂਸ ਦੇ ਵਿੱਚ ਮੇਨ ਇਸ਼ੂ ਫਲੂਐਂਸੀ ਦਾ ਆਉਂਦਾ ਹੈ, ਬੱਚੇ ਨਹੀਂ ਬੋਲ ਪਾਉਂਦੇ ਉਵੇਂ। ਤੇ ਇਹਦੇ ਵਿੱਚ ਤੁਹਾਡੀਆਂ ਜਿਹੜੀਆਂ ਸਕਿੱਲਸ ਜੱਜ ਹੋਈਆਂ ਸੀਗੀਆਂ ਉਹ ਸਪੀਕਿੰਗ ਤੇ ਲਿਸਨਿੰਗ ਦੀਆਂ ਜੱਜ ਹੋਈਆਂ ਸੀ। ਸੋ ਪਹਿਲਾਂ ਮੈਂ ਇੱਥੇ ਗੱਲ ਕਰ ਰਹੀ ਹਾਂ ਲਿਸਨਿੰਗ ਸਕਿੱਲਸ ਦੀਆਂ, ਕਿਉਂਕਿ ਪਹਿਲਾਂ ਤਾਂ ਤੁਸੀਂ ਆਡੀਓ ਸੁਣ ਰਹੇ ਹੋ, ਬੋਲਣਾ ਤਾਂ ਤੁਸੀਂ ਉਸ ਤੋਂ ਬਾਅਦ ਹੈ। ਸੋ ਫਸਟ ਹੈਗਾ ਵਾਈਲ ਯੂ ਆਰ ਲਿਸਨਿੰਗ। ਜਦੋਂ ਤੁਸੀਂ ਸੁਣ ਰਹੇ ਹੋ ਤਾਂ ਉਸ ਟਾਈਮ ਵਿੱਚ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਫਸਟ ਤੁਸੀਂ ਰੱਖਣਾ ਹੈ ਟਰਾਈ ਟੂ ਰਿਮੈਂਬਰ ਦੀ ਸੈਂਟੈਂਸ, ਜੋ ਮੈਂ ਸ਼ਾਰਟ ਟਰਮ ਮੈਮਰੀ ਦੀ ਗੱਲ ਕੀਤੀ ਹੈ। ਤੁਸੀਂ ਜੋ ਵੀ ਸੈਂਟੈਂਸ ਤੁਸੀਂ ਸੁਣਿਆ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ, ਮਤਲਬ ਭੁੱਲਣਾ ਨਹੀਂ ਹੈਗਾ ਉਸ ਟਾਈਮ ਦੇ ਲਈ। ਇਹ ਤੁਸੀਂ ਇੰਨੀ ਕੁ ਪ੍ਰੈਕਟਿਸ ਕਰਨੀ ਹੈ ਕਿ ਤੁਹਾਨੂੰ ਉਹ ਯਾਦ ਹੋਣ ਲੱਗ ਜੇ। ਤੇ ਅੱਗੇ ਆਉਂਦਾ ਹੈ ਕਿ ਯੂ ਕੈਨ ਰਾਈਟ ਡਾਊਨ ਦੀ ਕੀਵਰਡਸ ਐਂਡ ਫਰੇਜ਼ਸ ਇਫ ਯੂ ਆਰ ਏਬਲ ਟੂ ਰਾਈਟ ਫਾਸਟ। ਮਤਲਬ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਯਾਦ ਨਹੀਂ ਰੱਖ ਪਾ ਰਹੇ ਤਾਂ ਤੁਸੀਂ ਕੀਵਰਡਸ ਨੋਟ ਕਰਨੇ ਹੈ ਜਾਂ ਫਿਰ ਤੁਸੀਂ ਫਰੇਜ਼ਸ ਨੋਟ ਕਰਨੀ ਹੈ। ਤੇ ਫਰੇਜ਼ਸ ਦਾ ਮਤਲਬ ਇਹ ਹੁੰਦਾ ਹੈ ਕਿ ਵਿੱਚ ਲਾਈਨ, ਜਿਵੇਂ ਇੱਥੇ ਮੈਂ ਇੱਕ ਐਗਜ਼ਾਮਪਲ ਹੈ ਉੱਥੇ ਮੈਂ ਤੁਹਾਨੂੰ ਕੀਵਰਡ ਤੇ ਫਰੇਜ਼ਸ ਦੱਸ ਰਹੀ ਹਾਂ। ਐਗਜ਼ਾਮਪਲ ਮੈਂ ਰੈੱਡ ਲਾਈਨ ਦੇ ਵਿੱਚ ਇਹਨੂੰ
ਹਾਈਲਾਈਟ ਕੀਤਾ ਹੈ। ਤੇ ਐਗਜ਼ਾਮਪਲ ਹੈਗਾ ਨਾਈਵਸ ਐਂਡ ਫੋਰਕਸ ਸ਼ੁੱਡ ਬੀ ਪਲੇਸਡ ਨੈਕਸਟ ਟੂ ਦੀ ਸਪੂਨ। ਤੇ ਇੱਥੇ ਮੈਂ ਕੀਵਰਡਸ ਲਿਖੇ ਨੇ ਜੋ ਮੇਰੇ ਲਈ ਤਾਂ ਕਦੇ ਪੋਸੀਬਲ ਨਹੀਂ ਸੀਗਾ, ਮਤਲਬ ਮੈਂ ਤਾਂ ਐਵੇਂ ਨਹੀਂ ਕੀਤੀ ਪ੍ਰੈਕਟਿਸ। ਤਾਂ ਕੀਵਰਡਸ ਨਾਈਵਸ ਦਾ ਕੇ ਹੋ ਗਿਆ, ਐਂਡ ਏ ਹੋ ਗਿਆ, ਫੋਕਸ ਐਫ ਹੋ ਗਿਆ, should S B B placed P next N to capital T D then T and spoon S means ਇਹ keywords ਹੋ ਗਏ। ਤੇ ਅਗਰ ਤੁਸੀਂ phrases ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਕਰ ਸਕਦੇ ਹੋ knives and forks next to the spoon should be placed means ਐਦਾਂ sequence ਬਣਾ ਸਕਦੇ ਹੋ। ਸੋ ਮੇਰੀ ਤਾਂ ਮਤਲਬ ਤੁਹਾਨੂੰ ਇਹੀ ਸੁਜੈਸ਼ਨ ਹੈਗੀ ਹੈ ਕਿ ਜਿਹੜੇ ਆ ਚੱਕਰ ਹੈਗਾ ਕਿ ਤੁਸੀਂ ਕੀਵਰਡਸ ਲਿਖ ਲਓ ਤਾਂ ਉਹਦੇ ਵਿੱਚ ਨਾ ਪਵੋ, ਕਿਉਂਕਿ ਇਹ ਈਜ਼ੀ ਨਹੀਂ ਹੈਗਾ, ਕਿਉਂਕਿ ਤੁਹਾਡੇ ਕੋਲ 3 ਸੈਕਿੰਡਸ ਨੇ, ਉਸ ਤੋਂ ਬਾਅਦ ਤੁਸੀਂ ਇਮੀਡੀਏਟਲੀ ਬੋਲਣਾ ਹੈ। ਤਾਂ ਮੰਨ ਲਓ ਤੁਸੀਂ ਇੱਥੇ ਲਿਖ ਲਏ ਕੀਵਰਡਸ, ਉੱਥੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਇਸ ਕੀਵਰਡ ਦਾ ਕੀ ਮਤਲਬ ਹੈ, ਕਿਉਂਕਿ ਤੁਸੀਂ ਪੂਰੀ ਲਾਈਨ ਲਿਖੋ, ਇਹ ਪੋਸੀਬਲ ਨਹੀਂ ਹੈਗਾ। ਸੋ ਬੈਟਰ ਹੈ ਕਿ ਤੁਸੀਂ ਉਹਨਾਂ ਲਾਈਨ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ, ਆਪਣੀ ਸ਼ਾਰਟ ਟਰਮ ਮੈਮਰੀ ਨੂੰ ਇੰਪਰੂਵ ਕਰੋ, ਤੇ ਇਹ ਇੰਪਰੂਵ ਤਾਂ ਹੀ ਹੋਣੀ ਹੈ ਜਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰੋਗੇ। ਸੋ ਨੈਕਸਟ ਮੈਂ ਆਲਟਰਨੇਟ ਇਹੀ ਦੱਸਿਆ, ਅਦਰਵਾਈਜ਼ ਯੂ ਕੈਨ ਰਿਮੈਂਬਰ ਦੀ ਹੋਲ ਸੈਂਟੈਂਸ, ਦੈਟਸ ਦ ਈਜ਼ੀ ਵੇ। ਮਤਲਬ ਮੇਰੇ ਲਈ ਉਹ ਜ਼ਿਆਦਾ ਸੌਖਾ ਹੈ ਕਿ ਮੈਂ ਵਰਡਸ ਨੂੰ ਯਾਦ ਰੱਖ ਲਾਂ ਐਜ਼ ਕੰਪੇਅਰ ਕਿ ਮੈਂ ਕੀਵਰਡਸ ਨੂੰ ਨੋਟ ਕਰਾਂ। ਤੇ ਨੈਕਸਟ ਪੁਆਇੰਟ ਆਉਂਦਾ ਹੈ ਆਲਵੇਜ਼ ਟਰਾਈ ਟੂ ਫੋਕਸ ਔਨ ਦੀ ਮੀਨਿੰਗ ਆਫ ਸੈਂਟੈਂਸ, ਦੈਨ ਇਟ ਵਿਲ ਬੀ ਈਜ਼ੀ ਟੂ ਰਿਮੈਂਬਰ। ਮੀਨਸ ਜਦੋਂ ਵੀ ਉਹਨੇ ਆਡੀਓ ਬੋਲੀ ਤਾਂ ਤੁਸੀਂ ਉਸਨੂੰ ਆਪਣੇ ਦਿਮਾਗ ਦੇ ਵਿੱਚ ਇੱਕ ਪਿਕਚਰ ਕ੍ਰੀਏਟ ਕਰ ਲਓ, ਮਤਲਬ ਉਸ ਸੈਂਟੈਂਸ ਦਾ ਮੀਨਿੰਗ ਸਮਝੋ ਐਜ਼ ਕੰਪੇਅਰ ਟੂ ਕਿ ਮੈਂ ਉਹਨੂੰ ਉਸੇ ਵੇ ਦੇ ਵਿੱਚ ਰਿਪੀਟ ਕਰਨਾ ਹੈ। ਕਿ ਅਗਰ ਤੁਹਾਨੂੰ ਮੀਨਿੰਗ ਕਲੀਅਰ ਹੋਏਗਾ ਤਾਂ ਤੁਹਾਡੇ ਲਈ ਬੋਲਣਾ ਈਜ਼ੀ ਹੋਏਗਾ। ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਉਸ ਤੋਂ ਬਾਅਦ ਮੈਂ ਨੈਕਸਟ ਕਿਹਾ ਆਲਵੇਜ਼ ਟਰਾਈ ਟੂ ਕ੍ਰੀਏਟ ਅ ਪਿਕਚਰ ਇਨ ਯੂਰ ਮਾਈਂਡ। ਪਹਿਲਾਂ ਤਾਂ ਅਗਰ ਤੁਸੀਂ ਉਸਦਾ ਮੀਨਿੰਗ ਤੁਹਾਨੂੰ ਸਮਝ ਆ ਗਿਆ ਕਿ ਐਕਚੁਅਲ 'ਚ ਉਹ ਕੀ ਕਹਿ ਰਿਹਾ ਹੈ, ਮਤਲਬ ਮੀਨਿੰਗ ਸਮਝ ਆ ਗਿਆ ਸੈਂਟੈਂਸ ਦਾ, ਤਾਂ ਤੁਹਾਡੇ ਲਈ ਬੋਲਣਾ ਈਜ਼ੀ ਰਹੇਗਾ। ਤੁਸੀਂ 1-2 ਵਰਡਸ ਗਲਤ ਵੀ ਬੋਲ ਦੋਗੇ ਤਾਂ ਉਹਦਾ ਕੋਈ ਬੜਾ ਇਸ਼ੂ ਨਹੀਂ ਆਏਗਾ, ਕਿਉਂਕਿ ਕੰਟੈਂਟ 'ਚ ਅਗਰ 3 ਨੰਬਰ ਮਿਲ ਰਹੇ ਆ ਤਾਂ ਉਹਦੇ 'ਚ ਅਗਰ 1 ਜਾਂ 2 ਵਰਡਸ ਵੀ ਗਲਤ ਹੈ ਤਾਂ ਤੁਹਾਨੂੰ ਕੰਟੈਂਟ ਦੇ ਪੂਰੇ ਨੰਬਰ ਮਿਲਦੇ ਆ। ਬਟ ਅਗਰ ਤੁਹਾਨੂੰ ਮੀਨਿੰਗ ਸਮਝ ਆ ਰਿਹਾ ਤਾਂ ਉਸੇ ਅਕੋਰਡਿੰਗ ਤੁਸੀਂ ਉਸ ਸੈਂਟੈਂਸ ਦੀ ਇੱਕ ਪਿਕਚਰ ਕ੍ਰੀਏਟ ਕਰਨੀ ਹੈ। ਮੰਨ ਲਓ ਇੱਥੇ ਗੱਲ ਕਰੀਏ ਆਪਾਂ ਨੇ ਨਾਈਵ ਐਂਡ ਫੋਕਸ, ਤਾਂ ਤੁਹਾਡੇ ਦਿਮਾਗ 'ਚ ਉਹਨਾਂ ਦੀ ਪਿਕਚਰ ਬਣ ਗਈ ਨਾਈਵਸ ਦੀ ਔਰ ਫੋਕਸ ਦੀ, ਤੇ ਸਪੂਨ ਦੀ ਬਣ ਗਈ, ਟੇਬਲ ਦੀ ਬਣ ਗਈ, ਤਾਂ ਉਸੇ ਤਰ੍ਹਾਂ ਤੁਸੀਂ ਉਸਨੂੰ ਇੰਪਲੀਮੈਂਟ ਕਰਨਾ ਹੈ। ਸੋ ਯੂ ਕੈਨ ਯੂਜ਼ ਨੈਚੁਰਲ ਇਨਟੇਸ਼ਨ, ਮਤਲਬ ਤੁਸੀਂ ਇਨਟੇਸ਼ਨਸ ਯੂਜ਼ ਕਰ ਸਕਦੇ ਹੋ। ਇਨ ਨੋਟੇਸ਼ਨ ਦਾ ਮਤਲਬ ਇੱਥੇ ਇਹੀ ਹੈ ਕਿ ਤੁਹਾਡੀ ਜਿਵੇਂ ਸਪੀਕਰ ਨੇ ਬੋਲਿਆ, ਇਨੋਟੇਸ਼ਨ ਦੇ ਮਤਲਬ ਜਿਵੇਂ ਸਪੀਕਰ ਨੇ ਬੋਲਿਆ ਉਹਦਾ ਫਲੋ ਕਿਵੇਂ ਸੀ, ਮਤਲਬ ਕਿਹੜੇ ਵਰਡਸ ਤੇ ਉਹਨੇ ਸਟ੍ਰੈਸ ਦਿੱਤੀ ਹੈ, ਕਿਹੜੇ ਵਰਡਸ ਉਹਨੇ ਲਾਈਟਲੀ ਬੋਲੇ ਹੈ, ਤੇ ਕਿਹੜੇ ਵਰਡਸ ਦੇ ਵਿੱਚ ਉਹਨੇ ਪੌਜ਼ ਦਿੱਤਾ ਹੈ। ਪੌਜ਼ ਮਤਲਬ ਕਿ ਥੋੜੀ ਦੇਰ ਲਈ ਰੁਕਿਆ। ਸੋ ਤੁਸੀਂ ਉਸੇ ਫਲੋ ਵਿੱਚ ਵੀ ਬੋਲ ਸਕਦੇ ਹੋ, ਉਹ ਵੀ ਇੱਕ ਬੈਟਰ ਵੇ ਹੈ ਅਗਰ ਤੁਸੀਂ ਉਹਨੂੰ ਕਰ ਸਕਦੇ ਹੋ। ਤੇ ਨੈਕਸਟ ਆਉਂਦਾ ਹੈ ਵਾਈਲ ਯੂ ਆਰ ਸਪੀਕਿੰਗ। ਜਦੋਂ ਤੁਸੀਂ ਬੋਲ ਰਹੇ ਹੋ ਤਾਂ ਤੁਸੀਂ ਕਿਸ ਚੀਜ਼ ਦਾ ਧਿਆਨ ਰੱਖਣਾ ਹੈ। ਸਪੀਕ ਨੈਚੁਰਲੀ, ਮਤਲਬ ਤੁਸੀਂ ਆਪਣੀ ਟੋਨ ਦੇ ਵਿੱਚ ਬੋਲਣਾ ਹੈ, ਕਿਸੇ ਨੂੰ ਕਾਪੀ ਕਰਨ ਦੀ ਟਰਾਈ ਨਹੀਂ ਕਰਨੀ ਕਿ ਸਪੀਕਰ ਦਾ ਕੀ ਐਕਸੈਂਟ ਸੀਗਾ ਤੇ ਮੈਂ ਉਹੀ ਐਕਸੈਂਟ ਫੋਲੋ ਕਰਨਾ। ਨੋ, ਅਗਰ ਤੁਸੀਂ ਐਕਸੈਂਟ ਫੋਲੋ ਕਰਨ ਦੇ ਚੱਕਰ 'ਚ ਰਹਿ ਗਏ ਤਾਂ ਫਿਰ ਤੁਸੀਂ ਜਿਹੜੀ ਤੁਹਾਡੀ ਨੈਚੁਰਲ ਟੋਨ ਹੈ ਉਹ ਖਤਮ ਹੋ ਜਾਏਗੀ। ਸੋ ਤੁਸੀਂ ਆਪਣੀ ਟੋਨ ਦੇ ਵਿੱਚ ਹੀ ਬੋਲਣਾ ਹੈ ਹਮੇਸ਼ਾ। ਸੈਕਿੰਡ ਪੁਆਇੰਟ ਹੈਗਾ ਆਲਵੇਜ਼ ਸਪੀਕ ਐਟ ਅ ਮੋਡਰੇਟ ਪੇਸ, ਯੂ ਹੈਵ ਐਨਫ ਟਾਈਮ ਟੂ ਕੰਪਲੀਟ ਦੀ ਟਾਸਕ। ਮੀਨਸ ਤੁਸੀਂ ਇੱਕ ਮੋਡਰੇਟ ਜੀ ਪੇਸ ਰੱਖਣੀ ਹੈ, ਬਹੁਤ ਸਲੋ ਨਹੀਂ ਬੋਲਣਾ, ਬਹੁਤ ਫਾਸਟ ਨਹੀਂ ਬੋਲਣਾ, ਕਿਉਂਕਿ ਤੁਹਾਡੇ ਕੋਲ 15 ਸੈਕਿੰਡਸ ਹੁੰਦੇ ਨੇ ਬੋਲਣ ਲਈ। ਸੋ ਤੁਸੀਂ ਇਹ ਨਹੀਂ ਸੋਚਣਾ ਕਿ ਜੇ ਉਹਨੇ 3 ਸੈਕਿੰਡ ਦੇ ਵਿੱਚ ਬੋਲਿਆ, ਆਡੀਓ 'ਚ 3 ਸੈਕਿੰਡ ਦੇ ਵਿੱਚ ਬੋਲਿਆ ਤੇ ਮੈਂ ਵੀ 3 ਸੈਕਿੰਡਸ ਦੇ ਵਿੱਚ ਬੋਲਣਾ। ਨੋ, ਇਟਸ ਨਾਟ ਪੋਸੀਬਲ ਫॉर ਯੂ। ਸੋ ਯੂ ਹੈਵ 15 seconds to record your response, so be careful while you are speaking. Next on that, do not speak too softly because it will be hard for computer to understand and your score will have impact. ਮੀਨਸ ਤੁਸੀਂ ਬਹੁਤ ਸਲੋ ਨਹੀਂ ਬੋਲਣਾ। ਸੌਫਟਲੀ ਦਾ ਮਤਲਬ ਇੱਥੇ ਇਹ ਹੈ ਕਿ ਤੁਸੀਂ ਬਹੁਤ ਜ਼ਿਆਦਾ ਸਲੋ ਨਹੀਂ ਬੋਲਣਾ, ਕਿਉਂਕਿ ਜੋ ਤੁਸੀਂ ਸਲੋ ਬੋਲੋਗੇ ਤਾਂ ਤੁਹਾਡੀ ਜਿਹੜੀ ਸਪੀਚ ਹੈਗੀ ਹੈ ਉਹ ਰਿਕੋਗਨਾਈਜ਼ ਨਹੀਂ ਹੋਏਗੀ। ਸੋ ਕੰਪਿਊਟਰ ਨੂੰ ਨਹੀਂ ਪਤਾ ਚੱਲੇਗਾ ਕਿ ਤੁਸੀਂ ਕੀ ਬੋਲ ਗਏ। ਸੋ ਇੰਨੀ ਕੁ ਆਵਾਜ਼ ਰੱਖਣੀ ਹੈ ਕਿ ਉਹ ਕੰਪਿਊਟਰ ਨੂੰ ਅੰਡਰਸਟੈਂਡ ਹੋਵੇ, ਉਹਨੂੰ ਸਮਝ ਆਵੇ। ਨੈਕਸਟ ਹੈ ਇਫ ਯੂ ਫੋਰਗੇਟ ਵਟ ਟੂ ਸਪੀਕ ਫਿਨਿਸ਼ ਇਟ ਐਂਡ ਗੋ ਅਹੈਡ। ਇਹ ਮੋਸਟ ਇੰਪੋਰਟੈਂਟ ਪੁਆਇੰਟ ਹੈ। ਅਗਰ ਤੁਸੀਂ ਭੁੱਲ ਗਏ ਕਿ ਉਹਨੇ ਕੀ ਬੋਲਿਆ ਸੀ, ਕਿਉਂਕਿ ਮੋਸਟ ਆਫ ਦੀ ਟਾਈਮ ਜਦੋਂ ਤੁਸੀਂ ਸਟਾਰਟਿੰਗ 'ਚ ਸਟਾਰਟ ਕਰਦੇ ਹੋ ਤਾਂ ਐਵੇਂ ਹੀ ਹੁੰਦਾ, ਤੁਹਾਨੂੰ ਨਹੀਂ ਸਮਝ ਆਉਂਦਾ ਕਿ ਉਹਨੇ ਕੀ ਬੋਲਿਆ। ਸੋ ਡੋਂਟ ਹੈਜ਼ੀਟੇਟ, ਫਿਨਿਸ਼ ਇਟ ਐਂਡ ਗੋ ਅਹੈਡ। ਮੀਨਸ ਜੋ ਤੁਹਾਨੂੰ ਯਾਦ ਰਿਹਾ ਉਹ ਬੋਲੋ, ਜਾਂ ਫਿਰ ਤੁਸੀਂ ਕੋਈ ਵੀ ਲਾਈਨ ਚੂਜ਼ ਕਰ ਸਕਦੇ ਹੋ ਆਪਣੇ ਸੈਂਟੈਂਸ ਨੂੰ ਕੰਪਲੀਟ ਕਰਨ ਲਈ, ਬਟ ਤੁਸੀਂ ਰੁਕਣਾ ਨਹੀਂ ਹੈਗਾ, ਫੰਬਲਿੰਗ ਨਹੀਂ ਕਰਨੀ, ਨਰਵਸਨੈਸ ਨਹੀਂ ਸ਼ੋ ਕਰਨੀ, ਤੁਸੀਂ ਉਹ ਸੈਂਟੈਂਸ ਕੰਪਲੀਟ ਕਰਨਾ ਐਟ ਐਨੀ ਹਾਊ।
ਉੱਥੇ ਸਟਕ ਨਹੀਂ ਹੋਣਾ। ਡੋਂਟ ਸਟਕ ਔਨ दैट पर्टिकुलर ਸੈਂਟੈਂਸ। ਖਤਮ ਕੀਤਾ, ਅਗਲੇ ਤੇ ਜਾਓ। ਜ਼ਰੂਰੀ ਨਹੀਂ ਹੈ ਜੇ ਇੱਕ ਨਹੀਂ ਸੁਣਿਆ ਤਾਂ ਦੂਜਾ ਵੀ ਨਹੀਂ ਸੁਣੇਗਾ। ਐਵੇਂ ਉਸ ਚੀਜ਼ ਨੂੰ ਲੈ ਕੇ ਨਹੀਂ ਚੱਲਣਾ। ਮੈਂ ਪਹਿਲਾਂ ਵੀ ਡਿਸਕਸ਼ਨ ਕੀਤਾ ਕਿ ਜੇ ਇਹ ਸੋਚ ਲਿਆ ਮੇਰਾ ਫਸਟ ਖਰਾਬ ਹੋ ਗਿਆ ਤਾਂ ਦੂਜਾ ਵੀ ਖਰਾਬ ਹੋਊਗਾ, ਆਟੋਮੈਟਿਕਲੀ ਉਹ ਖਰਾਬ ਹੋਏਗਾ ਜੇ ਪਹਿਲੇ ਤੇ ਹੀ ਅਟਕੇ ਰਹੇ। ਸੋ ਨੈਕਸਟ ਕੁਐਸਚਨ ਹੈਗਾ, ਮਤਲਬ ਜੋ ਹੈ, ਇਫ ਯੂ ਮੇਕ ਅ ਮਿਸਟੇਕ ਵਾਈਲ ਸਪੀਕਿੰਗ ਡੂ ਟਰਾਈ ਟੂ ਕਰੈਕਟ ਇਟ। ਮੀਨਸ ਮੰਨ ਲਓ ਕਿ ਤੁਸੀਂ ਸੁਣ ਲਿਆ, ਤੁਸੀਂ ਬੋਲ ਵੀ ਦਿੱਤਾ, ਬਟ ਤੁਹਾਡੀ ਜਿਹੜੀ ਪ੍ਰਨੰਸੀਏਸ਼ਨ ਹੈ ਉਹ ਗਲਤ ਹੋ ਗਈ, ਤੁਹਾਨੂੰ ਲੱਗਿਆ ਵੀ ਮੈਂ ਗਲਤ ਬੋਲ ਗਈ, ਬਟ ਤੁਸੀਂ ਐ ਨਹੀਂ ਕਰਨਾ ਕਿ ਉੱਥੇ ਹੀ ਰੁਕ ਗਏ ਜਾਂ ਫਿਰ ਉਹਨੂੰ ਕਰੈਕਟ ਕਰਨਾ ਹੈ। ਤੁਸੀਂ ਜਸਟ ਜੋ ਬੋਲਤਾ ਬੋਲਤਾ, ਮਤਲਬ ਤੁਸੀਂ ਅੱਗੇ ਹੀ ਜਾਣਾ, ਉੱਥੇ ਰੁਕ ਕੇ ਉਹਨੂੰ ਦੁਬਾਰਾ ਨਹੀਂ ਬੋਲਣਾ। ਜੋ ਇੱਕ ਵਾਰ ਬੋਲਤਾ ਉਹੀ ਚੀਜ਼ ਰੱਖਣੀ ਹੈ, ਕਿਉਂਕਿ ਰਿਕਾਰਡ ਤਾਂ ਉਹੀ ਹੋਣੀ ਹੈ ਜੋ ਤੁਸੀਂ ਪਹਿਲਾਂ ਬੋਲੀ ਹੈ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਰੁਕਣਾ ਨਹੀਂ ਹੈ, ਜਸਟ ਉਹਨੂੰ ਕੰਪਲੀਟ ਕਰਨਾ ਹੈ। ਜੇ ਤੁਹਾਨੂੰ ਲੱਗਿਆ ਮੈਂ ਗਲਤ ਬੋਲਤਾ ਤਾਂ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਅਗਲੇ ਸੈਂਟੈਂਸ ਵੱਲ ਜਾਓ, ਕਿਉਂਕਿ ਜੋ ਖਰਾਬ ਹੋ ਗਿਆ, ਜੋ ਅੱਗੇ ਹੈ ਸੋ ਬੈਟਰ ਹੈ ਕਿ ਤੁਸੀਂ ਉਹਨੂੰ ਠੀਕ ਕਰੋ। ਤੇ ਨੈਕਸਟ ਆਉਂਦਾ ਕਿ ਹਾਊ ਯੂ ਕੈਨ ਇੰਪਰੂਵ ਯੋਰ ਰਿਪੀਟ ਸੈਂਟੈਂਸ। ਤੁਸੀਂ ਆਪਣਾ ਸਕੋਰ ਕਿਵੇਂ ਇੰਪਰੂਵ ਕਰ ਸਕਦੇ ਹੋ। ਪ੍ਰੈਕਟਿਸ ਇਜ਼ ਦੀ ਓਨਲੀ ਕੀ, ਪ੍ਰੈਕਟਿਸ ਐਜ਼ ਮਚ ਐਜ਼ ਯੂ ਕੈਨ। ਮੀਨਸ ਦਿਸ ਇਜ਼ ਦੀ ਕੀ ਟੂ ਇੰਪਰੂਵ ਯੋਰ ਰਿਪੀਟ ਸੈਂਟੈਂਸ। ਮਤਲਬ ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉਨੀ ਜ਼ਿਆਦਾ ਤੁਹਾਡੀ ਸ਼ਾਰਟ ਮੈਮਰੀ ਵਰਡਸ ਨੂੰ ਹੋਲਡ ਕਰੇਗੀ, ਉਨੀ ਜ਼ਿਆਦਾ ਤੁਹਾਡੀ ਪ੍ਰਨੰਸੀਏਸ਼ਨ ਕਲੀਅਰ ਹੋਏਗੀ, ਉਨੀ ਜ਼ਿਆਦਾ ਤੁਹਾਡੀ ਫਲੂਐਂਸੀ ਵਧੀਆ ਬਣੇਗੀ। So try to understand the meaning of sentence and create a picture in your mind. Means always try to remember the meaning of sentence. मतलब जो उन्हें बोलिया ਉਹਦਾ meaning ਦੇਖਣਾ, ਤੁਸੀਂ ਉਹਦਾ ਕੀ ਮਤਲਬ ਹੈਗਾ, ਉਸੇ ਅਕੋਰਡਿੰਗ ਆਪਣੇ ਦਿਮਾਗ ਦੇ ਵਿੱਚ ਇੱਕ ਪਿਕਚਰ ਕ੍ਰੀਏਟ ਕਰਨੀ ਹੈ। ਵੈਸੇ ਤਾਂ ਇਹ ਟਾਈਮ ਬਹੁਤ ਘੱਟ ਹੁੰਦਾ ਹੈ, ਮਤਲਬ ਜੋ ਆਪਾਂ ਬੋਲਦੇ ਹਾਂ ਤਾਂ ਸਾਰੇ ਇਹੀ ਕਹਿੰਦੇ ਆ, ਜਦੋਂ ਤੁਸੀਂ ਫਸਟ ਟਾਈਮ ਕਿਤੇ ਕੋਚਿੰਗ ਲੈਂਦੇ ਹੋ ਤਾਂ ਉਹ ਇਹੀ ਕਹਿੰਦੇ ਕਿ ਐਵੇਂ ਕਿਵੇਂ ਬੋਲ ਰਿਹਾ। ਇੰਨਾ ਟਾਈਮ ਹੁੰਦਾ ਕਿ ਤੁਸੀਂ ਪਹਿਲਾਂ ਉਹਦਾ ਮੀਨਿੰਗ ਕੱਢੋ, ਫਿਰ ਉਹਦੇ ਦਿਮਾਗ 'ਚ ਆਪਣੀ ਪਿਕਚਰ ਬਣਾਓ ਤੇ ਫਿਰ ਮੈਂ ਬੋਲਾਂ। ਮਤਲਬ ਇੰਨਾ ਤਾਂ ਟਾਈਮ ਹੀ ਨਹੀਂ ਹੁੰਦਾ ਰਿਪੀਟ ਸੈਂਟੈਂਸ 'ਤੇ, ਇੱਕ ਦਿਨ 'ਚ ਨਹੀਂ ਹੋਏਗਾ, ਬਟ ਜਦੋਂ ਤੁਸੀਂ ਪ੍ਰੈਕਟਿਸ ਕਰਨ ਲੱਗੋਗੇ ਤਾਂ ਆਟੋਮੈਟਿਕਲੀ ਪਿਕਚਰ ਤੁਹਾਡੇ ਦਿਮਾਗ ਦੇ ਵਿੱਚ ਕ੍ਰੀਏਟ ਹੋਏਗੀ। ਇੰਪਰੂਵ ਯੋਰ ਲਿਸਨਿੰਗ ਸਕਿੱਲਸ, ਮਤਲਬ ਇਸ ਟਾਸਕ ਨੂੰ ਵਧੀਆ ਸਪੀਕਿੰਗ ਬਣਾਉਣ ਵਾਸਤੇ ਆਪਣੀਆਂ ਲਿਸਨਿੰਗ ਸਕਿੱਲਸ ਨੂੰ ਵੀ ਇੰਪਰੂਵ ਕਰਨਾ ਹੈ। ਬਿਲਡ ਅਪ ਯੋਰ ਵੋਕੈਬਲਰੀ। ਲਿਸਨਿੰਗ ਨੂੰ ਇੰਪਰੂਵ ਕਰਨ ਲਈ ਤੁਸੀਂ ਟੈਡ ਟਾਕਸ ਦੇਖ ਸਕਦੇ ਹੋ ਔਰ YouTube ਵੀਡੀਓਜ਼ ਵੀ ਦੇਖ ਸਕਦੇ ਹੋ। ਸੋ ਤੁਹਾਡੀ ਲਿਸਨਿੰਗ ਅੱਗੇ ਜਾ ਕੇ ਲਿਸਨਿੰਗ ਸੈਕਸ਼ਨ ਲਈ ਵੀ ਇੰਪਰੂਵ ਹੋਏਗੀ, ਪਲੱਸ ਤੁਹਾਡੇ ਸਪੀਕਿੰਗ ਸੈਕਸ਼ਨ ਲਈ ਵੀ ਇੰਪਰੂਵ ਹੋਏਗੀ। ਸੋ ਮੇਰਾ ਕਨਕਲੂਜ਼ਨ ਇਹੀ ਹੈ ਕਿ there is no time to think and remember. Give your best shot. Don't hesitate. Just do it without thinking too much. ਮਤਲਬ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਤੁਸੀਂ ਉਸ ਬਾਰੇ ਸੋਚੋ ਜਾਂ ਫਿਰ ਉਹਨੂੰ ਯਾਦ ਕਰੋ। ਜੋ ਤੁਸੀਂ ਸੁਣਿਆ ਉਹਨੂੰ ਬੋਲ ਦਿਓ, ਕਿਉਂਕਿ ਇੰਨਾ ਕਿ ਟਾਈਮ ਹੈ ਜੋ ਸੁਣਿਆ ਤੁਸੀਂ ਉਹਨੂੰ ਬੋਲ ਦੋਗੇ। ਸੋ ਤੁਸੀਂ ਆਪਣਾ ਬੈਸਟ ਦੇਣਾ, ਹੈਜ਼ੀਟੇਟ ਨਹੀਂ ਕਰਨਾ। ਜੋ ਅਗਰ ਗਲਤ ਬੋਲਤਾ ਤਾਂ ਬੋਲਤਾ, ਕਿਉਂਕਿ ਹੁਣ ਤਾਂ ਕੁਝ ਹੋ ਹੀ ਨਹੀਂ ਸਕਦਾ, ਤੁਸੀਂ ਬੋਲਤਾ। ਸੋ ਤੁਸੀਂ ਘਬਰਾਉਣਾ ਨਹੀਂ ਹੈਗਾ, ਜੋ ਤੁਸੀਂ ਬੋਲਿਆ ਠੀਕ ਹੈ, ਅੱਗੇ ਜਾਣਾ ਹੈ। ਮਤਲਬ ਇਹ ਨਹੀਂ ਅਗਲੇ 'ਚ ਇਹ ਨਹੀਂ ਸੋਚਣਾ ਕਿ ਮੈਂ ਪਿਛਲਾ, ਜੇ ਤੁਸੀਂ ਸੋਚਣ ਲੱਗੇ ਤਾਂ ਪਿਛਲੇ ਦੀ ਪਿਕਚਰ ਦਿਮਾਗ 'ਚ ਆ ਜਾਏਗੀ, ਬਟ ਜੋ ਤੁਸੀਂ ਹੁਣ ਸੁਣਿਆ ਉਹ ਤੁਸੀਂ ਨਹੀਂ ਬੋਲ ਪਾਓਗੇ। ਸੋ ਬੈਟਰ ਹੈ ਕਿ ਜੋ ਪਿੱਛੇ ਰਹਿ ਗਿਆ ਉਹਨੂੰ ਛੱਡ ਦਿਓ, ਜੋ ਅੱਗੇ ਆ ਰਿਹਾ ਤੁਸੀਂ ਉਸ ਪੁਆਇੰਟ ਵੱਲ ਧਿਆਨ ਦੇਣਾ। ਸੋ ਰਿਪੀਟ ਸੈਂਟੈਂਸ ਦਾ ਕਨਕਲੂਜ਼ਨ ਮੇਰਾ ਇਹੀ ਸੀਗਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਨੀ ਹੈ ਜੇ ਤੁਹਾਡੀ ਇੱਥੇ ਵੀਕ ਪੁਆਇੰਟ ਹੈਗਾ। ਸੋ ਹੋਰ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ amarptclasses@gmail.com 'ਤੇ, ਅਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਵੀ ਸ਼ੇਅਰ ਕਰ ਸਕਦੇ ਹੋ। ਜੇ ਤੁਸੀਂ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ ਇਹਨਾਂ ਵੀਡੀਓਜ਼ ਨੂੰ, ਤਾਂ ਕਿ ਅੱਗੇ ਕਿਸੇ ਦੇ ਕੰਮ ਆ ਸਕਣ। ਸੋ ਅੱਜ ਦੇ ਲਈ ਸਿਰਫ ਇੰਨਾ ਹੀ ਸੀ। ਅੱਗੇ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ ਡਿਸਕ੍ਰਾਈਬ ਇਮੇਜ, ਐਂਡ ਪਲੀਜ਼ ਵਾਚ ਥੀਸ ਵੀਡੀਓਜ਼ ਫਰੋਮ ਸਟਾਰਟਿੰਗ ਟੂ ਐਂਡ ਥੈਂਕ ਯੂ ਸੋ ਮਚ।